खिजराबाद विखे होले महल्ले के समागमां की हुई समाप्ति। हज़ारां श्रद्धालु होए गुरु घर नमस्तक। शिवालिक दीआं पहाड़ियां विच बसिया इतिहासिक पिंड खिजराबाद विखे अज होले महल्ले के समागमां की समाप्ति हो गई है। अखीरले दिन काफ़ी रागी ढाडी ਅਤੇ कथावाचकां ने संगतां नूं गुरबाणी दे नाल जोड़िया। अज हज़ारां की गिणती विच संगतां ने गुरुद्वारा साहिब विखे अपनी हाज़री लगवाई। गुरुद्वारा साहिब के मैनेजर ने आईआं होईआं संगतां दा धन्नवाद किया। आओ दिखाउंदे हां खिजराबाद तो साडे प्रवक्ता की एक खास रिपोर्ट। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਲਤ ਪੁੱਤਰ ਦਾ ਰੁਤਬਾ ਪ੍ਰਾਪਤ ਜੋਰਾਵਰ ਸਿੰਘ ਜੀ ਹੋਏ ਨੇ, ਜੋ ਕਿ ਬਾਬਾ ਅਜੀਤ ਸਿੰਘ ਜੀ ਦੇ ਹਮ ਉਮਰ ਅਤੇ ਬਾਬਾ ਜੋਰਾਵਰ ਸਿੰਘ ਜੀ ਦੇ ਨਾਲ ਉਹਨਾਂ ਦਾ ਮੂੰਹ ਮਾਂਦਰਾ ਮਿਲਦਾ ਜੁਲਦਾ ਸੀ। ਬਾਬਾ ਜੋਰਾਵਰ ਸਿੰਘ ਜੀ ਬਸੀ ਪਠਾਣਾ ਦੇ ਰਹਿਣ ਵਾਲੇ पिता नथू राम ਅਤੇ माता ਭੀਖੀ जी ਦੇ ਪੁੱਤਰ ਸਨ। ਮਾਤਾ ਪਿਤਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਅਤੇ ਉੱਥੇ ਦੀ ਹੋ ਕੇ ਰਹਿ ਗਏ। ਮਾਤਾ ਪਿਤਾ ਦੇ ਕਾਲੇ ਚਲਾਣੇ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨਾਲ ਖੇਲੇ ਪਲੇ, ਸ਼ਾਸਤਰ ਵਿਦਿਆ ਸਿੱਖੀ, ਘੋੜਸਵਾਰੀ ਸਿੱਖੀ। ਇੱਕ ਦਿਨ ਗੁਰੂ ਮਹਾਰਾਜ ਜੀ ਕੁਸ਼ਤੀਆਂ ਕਰਾ ਰਹੇ ਸਨ। ਬਾਬਾ ਅਜੀਤ ਸਿੰਘ ਜੀ ਨਾਲ ਕੁਸ਼ਤੀ ਕਰਾਈ। ਬਾਬਾ ਅਜੀਤ ਸਿੰਘ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਨੇ ਢਾਹ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਪਣੇ ਨਾਦੀ ਪੁੱਤਰ ਦਾ ਵਰ ਦਿੱਤਾ ਕਿ ਤੂੰ ਮੇਰਾ ਜੋਰਾਵਰ ਹੈ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਦ ਮਲਕਪੁਰ ਰੰਗੜਾ ਦੇ ਨਜ਼ਦੀਕ ਭਾਈ ਬਚਿੱਤਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਅਨੇਕਾਂ ਸਿੰਘ ਸੂਰਮੇ ਜ਼ਖਮੀ ਹਾਲਤ ਹੋਏ। ਉਸ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਨ ਦੇ ਘਰ ਚਲੇ ਗਏ ਅਤੇ ਭਾਈ ਬਾਬਾ ਜੋਰਾਵਰ ਸਿੰਘ ਜੀ ਗੋਹਣੀਏ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਗਏ। ਲੇਕਿਨ ਇਹਨਾਂ ਦਾ ਰੋਪੜ ਦੇ ਨਜ਼ਦੀਕ ਰਹਿਣਾ ਗੋਹਣੀਏ ਪਰਿਵਾਰ ਨੇ ਮੁਨਾਸਬ ਨਾ ਸਮਝਿਆ, ਕਿਉਂਕਿ ਥਾਣਾ ਨਜ਼ਦੀਕ ਸੀ। ਉਹਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਡਡਹੇੜੀ ਪਿੰਡ ਉਹਨਾਂ ਦੀ ਭੂਆ ਦੇ ਪਾਸ ਪਹੁੰਚਦੇ ਕੀਤਾ। ਮਾਤਾ ਜੀ ਭੂਆ ਜੀ ਨੇ ਉਹਨਾਂ ਦੀ ਦਵਾ ਦਾਰੂ ਕੀਤੀ। ਠੀਕ ਅਵਸਥਾ ਹੋਣ ਤੋਂ ਉਪਰੰਤ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਭਾਲ ਦੇ ਵਿੱਚ ਪਿੰਡ ਅਗਾਣਾ ਤੇ ਹੁੰਦੇ ਹੋਏ ਖਿਜ਼ਰਾਬਾਦ ਦੀ ਪਾਵਨ ਧਰਤੀ ਤੇ ਪਹੁੰਚੇ। ਇਸ ਧਰਤੀ ਤੇ ਆਣ ਕੇ ਉਹਨਾਂ ਨੇ ਤਪੱਸਿਆ ਕੀਤੀ। ਇੱਥੋਂ ਇਲਾਕੇ ਦੇ ਸਿੰਘਾਂ ਨੂੰ ਇਕੱਠੇ ਕਰਕੇ ਗੁਰੂ ਮਹਾਰਾਜ ਦੀ ਭਾਲ ਵਿੱਚ ਨਿਕਲੇ। ਮਾਲਵੇ ਦੀ ਧਰਤੀ ਨੂੰ ਹੁੰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੇਲ ਆਗਰੇ ਦੀ ਧਰਤੀ 'ਤੇ ਹੋਇਆ। ਆਗਰੇ ਤੇ ਪੰਜਾਬ ਵਾਸਤੇ ਮਿਸ਼ਨ 'ਤੇ ਭੇਜਿਆ। ਮਿਸ਼ਨ ਨੂੰ ਸਫਲ ਕਰਦੇ ਹੋਏ ਦੁਬਾਰਾ ਫਿਰ ਜੋ ਆਗਰੇ ਮਥੁਰਾ ਦੇ ਨੇੜੇ ਦੂਸਰਾ ਮੇਲ ਹੋਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਾਦਰ ਸ਼ਾਹ ਦੇ ਨਾਲ ਦੱਖਣ ਵੱਲ ਨੂੰ ਜਾ ਰਹੇ ਸਨ। ਜਦੋਂ ਇਹਨਾਂ ਨੇ ਉਤਾਰਾ ਚਿਤੌੜਗੜ੍ਹ ਦੇ ਨੇੜੇ ਕੀਤਾ ਤਾਂ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਅਤੇ ਭਾਈ ਮਾਨ ਸਿੰਘ ਅਤੇ 20 ਝੰਗੀ ਸਿੰਘਾਂ ਨੇ ਕਿਲ੍ਹਾ ਦੇਖਣ ਦੀ ਇੱਛਾ ਪ੍ਰਗਟ ਕੀਤੀ। ਜਦੋਂ ਕਿਲ੍ਹਾ ਦੇਖਣ ਗਏ, ਇਹ ਸਾਰੇ ਸਿੰਘ ਸ਼ਸਤਰਧਾਰੀ ਸਨ। ਤਾਂ ਉੱਥੇ ਦੇ ਜੋ ਰਾਜੇ ਸਨ ਉਹਨਾਂ ਨੇ ਇਹਨਾਂ ਨੂੰ ਸ਼ਸਤਰ ਨਾਲ ਲਿਜਾ ਕੇ ਕਿਲ੍ਹਾ ਦੇਖਣ ਤੋਂ ਮਨਾ ਕਰ ਦਿੱਤਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੇ ਖਿਲਾਫ ਬੋਲੇ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਾਨ ਦੇ ਖਿਲਾਫ ਇਹ ਗੱਲਾਂ ਸੁਣੀਆਂ ਤਾਂ ਚਿਤੌੜਗੜ੍ਹ ਦੇ ਕਿਲ੍ਹੇ ਦੇ ਨੇੜੇ ਜੋ ਉੱਥੇ ਦਾ ਮੇਨ ਗੇਟ ਹੈ, ਉੱਥੇ ਕਾਫੀ ਭਾਰੀ ਯੁੱਧ ਹੋਇਆ, ਜਿਸ ਵਿੱਚ ਬਾਬਾ ਜੋਰਾਵਰ ਸਿੰਘ ਜੀ, ਭਾਈ ਮਾਨ ਸਿੰਘ ਜੀ, ਨਚਾਨਚੀ ਸਿੰਘ ਅਤੇ 20 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਜਦੋਂ ਗੁਰੂ ਮਹਾਰਾਜ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੰਭੀਰੀ ਨਦੀ ਦੇ ਕੰਢੇ 'ਤੇ ਇਹਨਾਂ ਦਾ ਸੰਸਕਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜਿਉਂਦੇ ਜੀ 3 ਵਿਅਕਤੀਆਂ ਦੇ 3 ਸਿੰਘਾਂ ਦੇ ਸੰਸਕਾਰ ਕੀਤੇ ਨੇ, ਆਪਣੇ ਹੱਥੀਂ ਕੀਤੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ, ਬਾਬਾ ਜੋਰਾਵਰ ਸਿੰਘ ਜੀ ਦਾ, ਇਹਨਾਂ ਦੇ ਆਪਣੇ ਹੱਥੀਂ ਸੰਸਕਾਰ ਕੀਤੇ। ਤੇ ਸਰ ਜਿਹੜਾ ਇੱਥੇ ਆਪਣਾ ਹੋਲੇ ਮਹੱਲੇ ਦਾ ਦਿਹਾੜੇ ਮਨਾਏ ਜਾਂਦੇ ਨੇ, ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓਗੇ। ਇਹ ਹੋਲਾ ਮਹੱਲਾ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਮਨਾਇਆ, ਸਭ ਤੋਂ ਪਹਿਲਾਂ ਖਿਜ਼ਰਾਬਾਦ ਦੀ ਧਰਤੀ ਤੋਂ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ। ਖਿਜ਼ਰਾਬਾਦ ਤੋਂ ਹੋਲਾ ਸ਼ੁਰੂ ਹੋ ਕੇ ਕੀਰਤਪੁਰ ਸਾਹਿਬ, ਉਸ ਤੋਂ ਉਪਰੰਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਹੋਲੇ ਮਹੱਲੇ ਦੀ ਸੰਪੂਰਨਤਾ ਹੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਲੇ ਦੇ ਜੋ ਸਿੱਖਾਂ ਨੂੰ ਵਰ ਦਿੱਤੇ ਨੇ ਸ਼ਸਤਰਧਾਰੀ ਹੋਣ ਦੇ, ਸੋ ਸਾਨੂੰ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ। ਇੱਥੇ ਸਰ ਕਿਹੜੇ ਪ੍ਰੋਗਰਾਮ ਨੇ ਜੋ ਇਸ ਦਿਨਾਂ ਦੇ ਵਿੱਚ ਕਰਵਾਏ ਜਾਂਦੇ ਨੇ? ਇਸ ਗੁਰਦੁਆਰਾ ਸਾਹਿਬ ਵਿਖੇ 10ਵੀਂ ਦਾ ਪਵਿੱਤਰ ਦਿਹਾੜਾ, ਹਰੇਕ ਮਹੀਨੇ ਦੀ ਸੰਗਰਾਂਦ ਅਤੇ ਗੁਰੂ ਪੀਰਾਂ ਦੇ ਗੁਰੂਆਂ ਦੇ ਸਾਰਿਆਂ ਦੇ ਅਵਤਾਰ ਪੁਰਬ ਮਨਾਏ ਜਾਂਦੇ ਨੇ। ਆਪ ਜੀ ਨੂੰ ਸਰਵਣ ਕਰਵਾਇਆ ਹੈ ਮੈਨੇਜਰ ਸਾਹਿਬਾਨ ਤੋਂ ਇੱਥੇ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਰਿਹਾ ਹੈ। ਉਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਤੋਂ ਵੀ ਸਾਡੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਤੇ ਕਿਸ ਤਰ੍ਹਾਂ ਦੀ ਜੋ ਵਿਉਂਤਬੰਦੀ ਇੱਥੇ ਕੀਤੀ ਜਾਂਦੀ ਹੈ, ਕਿਉਂਕਿ ਇਸ ਤੋਂ ਬਾਅਦ ਜੋ ਹੋਲੇ ਮਹੱਲੇ ਦੀ ਸਮਾਪਤੀ ਆ ਅਨੰਦਪੁਰ ਸਾਹਿਬ ਜਾ ਕੇ ਕੀਤੀ ਜਾਂਦੀ ਹੈ। ਸਾਡੇ ਨਾਲ ਮੌਜੂਦ ਨੇ ਨਿਹੰਗ ਜਥੇਬੰਦੀ ਤੋਂ ਸਿੰਘ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦੀਆਂ ਤਿਆਰੀਆਂ ਸਟਾਰਟ ਹੋ ਜਾਂਦੀਆਂ ਨੇ ਖਿਜ਼ਰਾਬਾਦ ਦੇ ਪਿੰਡ ਤੋਂ। ਜੀ। ਬਹੁਤ ਸੋਹਣੀ ਪੋਸ਼ਾਕ ਤੁਸੀਂ ਪਾਈ ਆ। ਥੋੜਾ ਜਿਹਾ ਪਹਿਲਾਂ ਤਾਂ ਜਿਹੜੇ ਸ਼ਾਸਤਰ ਤੁਸੀਂ ਲਗਾਏ ਹੋ ਉਹਨਾਂ ਦੇ ਬਾਰੇ ਜਾਣਨਾ ਚਾਹਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੈਰੀ ਸਾਧ ਸੰਗਤ ਜੋ ਦਾਸ ਰਜਿੰਦਰ ਸਿੰਘ ਸ਼ਸਤਰਧਾਰੀ ਕਵੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ, ਜੋ ਕਿ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਓਟ ਆਸਰਾ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਥਾਂ ਥਾਂ ਤੇ ਜਾ ਕੇ ਬਾਣੀ ਅਤੇ ਬਾਣੀ ਦਾ ਪ੍ਰਚਾਰ ਕਰਨ ਦੀ ਗੁਰੂ ਸਾਹਿਬ ਜੀ ਨੇ ਦਾਤ ਬਖਸ਼ੀ ਹੈ। ਸੋ ਜੋ ਦਾਸ ਦੇ ਸ਼ਸਤਰ ਸਜਾਏ ਹੋਏ ਹਨ ਉਹਨਾਂ ਦੇ ਬਾਰੇ ਮੈਂ ਆਪ ਜੀ ਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਵਾਵਾਂ। ਤੀਰ ਕਮਾਨ ਜੀ, ਇਹ ਕਮਾਨ ਤੇ ਇੱਧਰ ਹਨ ਤੀਰ ਕਮਾਨ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਗੋਲਾ ਬਾਰੂਦ ਬਹੁਤ ਘੱਟ ਸੀ। ਦੁਸ਼ਮਣ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਲਈ ਤੀਰ ਕਮਾਨ ਦੀ ਵਰਤੋਂ ਕੀਤੀ ਜਾਂਦੀ ਸੀ। ਦੂਜਾ ਸੰਗਤ ਜੀ, ਤੀਰ ਕਮਾਨ ਦੀ ਵਰਤੋਂ ਚਿੱਠੀਆਂ ਭੇਜਣ ਦੇ ਵੀ ਕੰਮ ਆਉਂਦੇ ਸੀ। ਜਾਂ ਤਾਂ ਗੁਰੂ ਦੇ ਸਿੰਘ ਜਿਹੜੇ ਘੋੜਿਆਂ ਤੇ ਚਿੱਠੀਆਂ ਲੈ ਕੇ ਜਾਂਦੇ ਸੀ, ਜਾਂ ਪੈਦਲ, ਜਾਂ ਤੀਰ ਦੇ ਮੂਹਰੇ ਜਿਹੜੀ ਚਿੱਠੀ ਬੰਨ੍ਹ ਕੇ ਦੁਸ਼ਮਣਾਂ ਤੱਕ ਜਾਂ ਆਪਣੇ ਸਾਕ ਸੰਬੰਧੀਆਂ ਤੱਕ ਪਹੁੰਚਾਈ ਜਾਂਦੀ ਸੀ। ਤੀਜਾ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪੌਂਡ ਭਾਵ 2 ਕੁਆਂਟਲ 25 ਕਿਲੋ ਵਜ਼ਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤ ਜੀ, ਜਿਸ ਤਰ੍ਹਾਂ 2 ਕੁਆਂਟਲ 25 ਕਿਲੋ ਵਜ਼ਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ, ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਸੰਗਤ ਚੌਥਾ, ਸੰਗਤਾਂ ਨੂੰ ਆਪ ਜੀ ਨੂੰ ਵੀ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਤੀਰਾਂ ਨੂੰ 1.25 ਤੋਲਾ ਸੋਨਾ ਹੁੰਦਾ ਸੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਸੇ ਜਾਤ ਪਾਤ ਦੇ ਨਾਲ, ਕਿਸੇ ਧਰਮ ਦੇ ਖਿਲਾਫ ਗੁਰੂ ਸਾਹਿਬ ਜੀ ਕਦੇ ਨਹੀਂ ਲੜੇ। ਜੇ ਲੜੇ ਨੇ ਸਿਰਫ ਜ਼ੁਲਮ ਦੇ ਖਿਲਾਫ ਲੜੇ ਨੇ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਤੀਰਾਂ ਨੂੰ 1.25 ਤੋਲਾ ਸੋਨਾ ਲਾ ਕੇ ਤੀਰਾਂ ਦੇ ਨਾਲ ਦੁਸ਼ਮਣਾਂ ਦੇ ਮਾਰਦੇ ਸੀ ਕਿ ਜੇ ਦੁਸ਼ਮਣ ਬਚ ਗਿਆ ਉਹ ਸੋਨਾ ਵੇਚ ਕੇ ਆਪਣਾ ਇਲਾਜ ਕਰਵਾ ਲੇਗਾ, ਜੇ ਨਾ ਬਚਿਆ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਸੋਨਾ ਵੇਚ ਕੇ ਉਹਦੀ ਅੰਤਲੀ ਕਿਰਿਆ ਕਰ ਦੇਣਗੇ ਜਾਂ ਆਪਣਾ ਗੁਜ਼ਾਰਾ ਕਰ ਲੈਣਗੇ। ਤੇ ਸੰਗਤ ਜੀ, ਇਹਨੂੰ ਤੰਦੀ ਜਾਂ ਚਿੱਲਾ ਕਹਿੰਦੇ ਹਨ, ਇਹਨੂੰ ਕਮਾਨ ਕਹਿ ਦਿੰਦੇ ਆ ਜਾਂ ਧਨੁਸ਼ ਵੀ ਕਹਿ ਦਿੰਦੇ ਆ। ਉਸ ਤੋਂ ਬਾਅਦ ਆਜੋ ਸੰਗਤ ਜੀ, ਗੁਰਮੁਖੀ ਭਾਸ਼ਾ ਦੇ ਵਿੱਚ ਇਹਨੂੰ ਕਹਿੰਦੇ ਹਨ ਜੀ ਵਸਤਰ। ਉਸ ਤੋਂ ਬਾਅਦ ਇੱਕ ਛਾਤੀ ਦੇ ਉੱਪਰ ਸ਼ਸਤਰ ਲੱਗਦਾ ਹੈ, ਪੇਟੀ ਸ਼ਸਤਰ ਵੀ ਕਹਿ ਦਿੰਦੇ ਆ, ਜਨ ਵਕਤਰ ਕਹਿੰਦੇ ਹਨ ਜੀ। ਉਸ ਤੋਂ ਬਾਅਦ ਅੱਜ ਸੰਗਤ ਜੀ, ਇਹਨੂੰ ਕਹਿੰਦੇ ਹਨ ਜੀ ਅਸਤਰ ਜਾਂ ਚੱਕਰ। ਇਹ ਜਦੋਂ ਦੁਸ਼ਮਣ ਨੇੜੇ ਆ ਜਾਵੇ ਜਾਂ ਘੋੜੇ ਤੇ ਬੈਠਾ ਜਾਂ ਹਾਥੀ ਤੇ ਬੈਠਾ, ਜਿਹੜੇ ਸਾਡੇ ਨਿਹੰਗ ਸਿੰਘ ਨੇ ਪੁਰਾਤਨ, ਇਹਨਾਂ ਨੇ ਚੱਕਰਾਂ ਦੇ ਨਾਲ ਉਂਗਲੀ ਦੇ ਵਿੱਚ ਘੁਮਾ ਕੇ ਉਂਗਲੀ ਦੇ ਨਾਲ ਇਹਦੀ ਵਰਤੋਂ ਕਰਕੇ ਚੱਕਰਾਂ ਦੀ ਦੁਸ਼ਮਣਾਂ ਦੀਆਂ ਗਰਦਨਾਂ ਵੀ ਲਾਈਆਂ ਨੇ। ਹਾਥੀ ਤੇ ਬੈਠਿਆਂ ਦੀਆਂ, ਘੋੜੀ ਤੇ ਬੈਠੇ ਦੀਆਂ। ਇਹਨੂੰ ਅਸਤਰ ਵੀ ਕਹਿ ਦਿੰਦੇ ਆ ਜੀ, ਚੱਕਰ। ਉਸ ਤੋਂ ਬਾਅਦ ਆ ਜੋ ਸੰਗਤ ਜੀ, ਸੰਜੋ, ਗਰਦਨ ਦੀ ਰਾਖੀ ਦੇ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੋਸ਼ਾਕਾ। ਕੋਈ ਵੀ ਦੁਸ਼ਮਣ ਸਾਡੇ ਪਿੱਛੇ ਤੋਂ ਗਰਦਨ ਦੇ ਉੱਪਰ ਵਾਰ ਕਰੇ, ਜਿਹੜੀ ਇਹ ਸੰਜੋ ਹੈ ਲੋਹੇ ਦੀ ਬਣੀ ਹੋਈ ਹੈ, ਇਹ ਸਾਨੂੰ ਦੁਸ਼ਮਣ ਦੇ ਵਾਰ ਤੋਂ ਬਚਾਉਂਦੀ ਹੈ। ਉਸ ਤੋਂ ਬਾਅਦ ਆ ਜੋ ਸੰਗਤ ਜੀ, ਬਾਗ ਨਖਾ ਸ਼ਸਤਰ, ਇਸ ਦਾ ਨਾਮ ਆ ਜੀ ਬਾਗ ਨਖਾ ਸ਼ਸਤਰ। ਜਦੋਂ ਦੁਸ਼ਮਣ ਨੇੜੇ ਆ ਜਾਵੇ ਉਦੋਂ ਇਹਦੇ ਸ਼ਸਤਰ ਦੀ ਵਰਤੋਂ ਕੀਤੀ ਜਾਂਦੀ ਸੰਗਤ ਜੀ। ਉਸ ਤੋਂ ਬਾਅਦ ਆ ਜੋ
ਵੱਡੀ ਸ੍ਰੀ ਸਾਹਿਬ ਕਹਿ ਦਿੰਦੇ ਆ ਇਹਨੂੰ, ਜਾਂ ਸੈਫ ਕਹਿ ਦਿੰਦੇ ਆ ਜੀ। ਇਹ ਸੈਫ ਸ਼ਸਤਰ ਆ, ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਉਦੋਂ ਇਹਦੀ ਵਰਤੋਂ ਕੀਤੀ ਜਾਂਦੀ ਸ਼ਸਤਰ ਦੀ। ਤੇ ਪਿੱਛੇ ਆ ਜੋ ਢਾਲ ਸ਼ਸਤਰ ਜੀ, ਇਹ ਕਲਗੀਧਰ ਪਾਤਸ਼ਾਹ ਜੀ ਇਸ ਢਾਲ ਦੀ ਵਰਤੋਂ ਜੰਗ ਦੇ ਮੈਦਾਨ ਦੇ ਵਿੱਚ ਵੀ ਕਰਦੇ ਸਨ, ਤੇ ਦੂਜਾ ਆਪਣੇ ਕਵੀਆਂ ਨੂੰ ਬੜਾ ਸਤਿਕਾਰ ਦਿੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ। ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵੀ ਜਦੋਂ ਕਵਿਤਾਵਾਂ ਗਾਉਂਦੇ ਸੀ, ਕਲਗੀਧਰ ਪਾਤਸ਼ਾਹ ਜੀ ਖੁਸ਼ ਹੋ ਕੇ ਉਹਨਾਂ ਨੂੰ ਢਾਲਾਂ ਭਰ ਭਰ ਕੇ ਮੋਹਰਾਂ ਦੀਆਂ ਦਿੰਦੇ ਸਨ। ਤੇ ਸੰਗਤ ਜੀ ਇਹ ਸਨ ਖੁਦ ਸਾਡੇ ਰਵਾਇਤੀ ਸ਼ਸਤਰ ਜੋ ਦਾਸ ਨੇ ਸਜਾਏ ਹੋਏ ਹਨ। ਜਿਸ ਤਰ੍ਹਾਂ ਦਮਾਲਾ ਸਜਾਇਆ ਜੀ, ਦਮਾਲੇ ਦੇ ਥੋੜੇ ਇਤਿਹਾਸਿਕ ਪੱਖ ਤੋਂ ਜਾਣੂ ਵੀ ਹੁਣ ਕਰਵਾਵਾਂਗੇ ਦਰਸ਼ਕਾਂ ਨੂੰ ਕਿ ਪਹਿਲੀ ਵਾਰ ਦਮਾਲਾ ਕਿਹਨਾਂ ਨੇ ਸਜਾਇਆ ਸੀ, ਤੇ ਇਹ ਜਿਹੜਾ ਖਾਲਸੇ ਨੂੰ ਗੁਰੂ ਸਾਹਿਬ ਨੇ ਆਪਣਾ ਫੌਜਾਂ ਦਾ ਕਿਹਾ ਹੈ, ਉਹ ਕਿੱਥੋਂ ਸਟਾਰਟ ਹੋਇਆ ਸੀ? ਉਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਇਹ ਗੱਤਕੇ ਦਾ ਅਭਿਆਸ ਕਰ ਰਹੇ ਸਨ ਦੋਵੇਂ ਭਰਾ। ਤੇ ਜਦੋਂ ਸ਼ਸਤਰਾਂ ਦਾ ਅਭਿਆਸ ਕਰ ਰਹੇ ਸਨ ਤੇ ਬਾਬਾ ਫਤਿਹ ਸਿੰਘ ਜੀ ਵੀ ਆ ਕੇ ਕੋਲ ਖੋਲ ਆ ਕੇ ਖੜ ਕੇ ਕਹਿੰਦੇ ਵੀ ਮੈਨੂੰ ਵੀ ਗੱਤਕਾ ਖਿਲਾਓ। ਤੇ ਬਾਬਾ ਫਤਿਹ ਸਿੰਘ ਜੀ ਕੱਦ ਵਿੱਚ ਵੀ ਛੋਟੇ ਸਨ, ਉਮਰ ਵਿੱਚ ਵੀ ਛੋਟੇ ਸਨ। ਤੇ ਸੰਗਤ ਜੀ ਜਦੋਂ ਆਪਣੇ ਵੱਡੇ ਵੀਰਾਂ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਗੱਤਕਾ ਸਿਖਾਓ, ਮੈਂ ਵੀ ਦੁਸ਼ਮਣ ਦੀਆਂ ਜੜ੍ਹਾਂ ਪੁੱਟਣੀਆਂ। ਪਰ ਉਹਨਾਂ ਦੇ ਵੱਡੇ ਵੀਰਿਆਂ ਨੇ ਮਖੌਲ ਕੀਤਾ, ਕਹਿੰਦੇ ਉੱਡਾ ਆਪ ਨਹੀਂ ਜਿੱਡੀ ਤੋਂ ਡਾਂਗ ਚੱਕ ਲਿਆ। ਕਿਉਂਕਿ ਬਾਬਾ ਫਤਿਹ ਸਿੰਘ ਜੀ ਕੱਦ ਵਿੱਚ ਵੀ ਛੋਟੇ ਸਨ, ਉਮਰ ਵਿੱਚ ਵੀ ਛੋਟੇ ਸਨ, ਤੇ ਆਪਣੇ ਨਾਲ ਵੱਡੀ ਡਾਂਗ ਚੱਕ ਲਿਆ। ਕਹਿੰਦੇ ਮੈਨੂੰ ਵੀ ਗੱਤਕਾ ਸਿਖਾਓ। ਪਰ ਉਹਨਾਂ ਦੇ ਵੱਡੇ ਵੀਰਿਆਂ ਨੇ ਮਖੌਲ ਕੀਤਾ, ਕਹਿੰਦੇ ਉੱਡਾ ਆਪ ਨਹੀਂ ਜਿੱਡੀ ਤੋਂ ਡਾਂਗ ਚੱਕ ਲਿਆ। ਤੇ ਬਾਬਾ ਫਤਿਹ ਸਿੰਘ ਜੀ ਰੁੱਸ ਕੇ ਮਹਿਲਾਂ ਵਿੱਚ ਗਏ। ਜਾ ਕੇ ਉਹਨਾਂ ਨੇ ਜਿੱਥੇ ਤੱਕ ਉਹਨਾਂ ਦਾ ਹੱਥ ਪਹੁੰਚਿਆ, ਉੱਪਰ ਤੋਂ ਉੱਪਰ ਵੱਡੇ ਤੋਂ ਵੱਡਾ ਦਮਾਲਾ ਉਹ ਸਜਾ ਕੇ ਆਪਣੇ ਵੱਡੇ ਵੀਰਾਂ ਦੇ ਕੋਲ ਹਾਜ਼ਰ ਹੋ ਗਏ। ਕਹਿੰਦੇ ਲਓ ਮੈਂ ਤੁਹਾਡੇ ਬਰਾਬਰ ਹੋ ਗਿਆ। ਇਹ ਸਾਰਾ ਜਿਹੜਾ ਕੌਤਕ ਸੀ ਕਲਗੀਧਰ ਪਾਤਸ਼ਾਹ ਜੀ ਉੱਪਰ ਖੜੇ ਦੇਖ ਰਹੇ ਸਨ। ਤੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਇਹ ਲਾਡਲਾ, ਕਿਉਂਕਿ ਬਾਬਾ ਫਤਿਹ ਸਿੰਘ ਜੀ ਲਾਡਲੇ ਸਨ। ਜਦੋਂ ਦਮਾਲਾ ਸਜਾ ਕੇ ਅੱਗੇ ਹੋਰ ਲਾਡਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜਾ ਪ੍ਰਸੰਨ ਹੋਏ। ਜਿਹੜਾ ਨਿਹੰਗ ਸਿੰਘਾਂ ਨੂੰ ਲਾਡਲੀਆਂ ਫੌਜਾਂ ਕਹਿੰਦੇ ਆ, ਇਹ ਬਾਬਾ ਫਤਿਹ ਸਿੰਘ ਜੀ ਦੀ ਦੇਣ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਦਮਾਲਾ ਇਹ ਜੰਗੀ ਦਮਾਲਾ ਕਹਿੰਦੇ ਆ ਜਾਂ ਵੱਡਾ ਦਮਾਲਾ, ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਫਤਿਹ ਸਿੰਘ ਜੀ ਨੇ ਸਜਾ ਕੇ ਸਾਨੂੰ ਇਹ ਬੜਾ ਵੱਡਾ ਮਾਣ ਬਖਸ਼ਿਆ। ਇਹ ਤਾਜ ਸਾਨੂੰ ਬਖਸ਼ ਕੇ ਗਏ ਨੇ। ਤੇ ਤੁਹਾਡੇ ਤੋਂ ਕੁਝ ਨਿਹੰਗੀ ਜਿਹੜੇ ਬੋਲੇ ਜਾਂਦੇ ਨੇ, ਉਹਨਾਂ ਦੇ ਬਾਰੇ ਵੀ ਕੁਝ ਸੰਗਤਾਂ ਨਾਲ ਸਾਂਝੇ ਕਰੋਗੇ? ਦੋ ਚਾਰ ਬੋਲੇ। ਹਾਂਜੀ, ਮਿਰਚਾਂ ਨੂੰ ਵਾਹਿਗੁਰੂ ਜੀ ਕਹਿ ਦਿੰਦੇ ਆ ਲੜਾਕੀਆਂ, ਨੂੰ ਕਹਿ ਦਿੰਦੇ ਆ ਜੀ ਸਿਰ ਜੋੜ। ਦੁੱਧ ਨੂੰ ਕਹਿੰਦੇ ਹਾਂਜੀ ਸਮੁੰਦਰ। ਇੱਦਾਂ ਹੀ ਰੇਲ ਗੱਡੀ ਨੂੰ ਭੂਤਨੀ ਕਹਿ ਦਿੰਦੇ ਆ। ਜਿਹੜਾ ਮੂਹਰੇ ਇੰਜਣ ਹੁੰਦਾ ਉਹਨੂੰ ਤੇਜਾ ਸਿੰਘ ਕਹਿ ਦਿੰਦੇ ਆ। ਤੇ ਇਹ ਕੁਝ ਕੁ ਰਵਾਇਤੀ ਬੋਲੇ ਨੇ ਜਿਹੜੇ ਸਾਡੇ ਨਿਹੰਗ ਸਿੰਘਾਂ ਦੇ ਵਿੱਚ ਆਮ ਬੋਲੇ ਜਾਂਦੇ ਨੇ। ਤੇ ਸੰਗਤ ਜੀ ਬਾਟੇ ਨੂੰ ਵੀ ਕਹਿ ਦਿੰਦੇ ਆ ਵਿਹੜਾ, ਤੇ ਗਲਾਸ ਨੂੰ ਕਹਿ ਦਿੰਦੇ ਆ ਜੀ ਚੁਬਾਰਾ। ਇਹ ਸਾਡੇ ਰਵਾਇਤੀ ਕੁਝ ਕੁ ਬੋਲੇ ਨੇ ਜੋ ਆਪ ਜੀ ਨਾਲ ਸਾਂਝੇ ਕੀਤੇ। ਮੈਂ ਆਪ ਜੀ ਨੂੰ ਕੁਝ ਕੁ ਕਵਿਤਾਵਾਂ ਦੇ ਬੋਲ ਵੀ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ, ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਸਿਰ ਤੇ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ। ਤੇਰੇ ਜਹਾਨਾ ਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਤੇਰੇ ਜਹਾਨਾ ਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਸਰ ਜੀ, ਸਭ ਤੋਂ ਲਾਸਟ ਕੁਐਸਚਨ ਹੈ, ਗੁਰੂ ਸਾਹਿਬ ਨੇ ਹੋਲੇ ਮਹੱਲੇ ਦਾ ਤਿਉਹਾਰ ਹੋਲੀ ਤੋਂ ਉਲਟ ਕੀਤਾ ਸੀ ਕਿ ਜਿੱਥੇ ਸਿੰਘਾਂ ਦੇ ਭੇਡ ਕਰਵਾਏ ਜਾਂਦੇ ਸੀ, ਆਪਸ ਵਿੱਚ ਮੁਕਾਬਲੇ ਹੁੰਦੇ ਸੀ। ਲੇਕਿਨ ਤਰਾਸ਼ਦੀ ਰਹੀ ਹੈ ਕਿ ਅੱਜ ਦੁਬਾਰਾ ਫੇਰ ਜੋ ਸਿੰਘ ਨੇ ਪ੍ਰੋਪਰ ਬਾਣੇ ਦੇ ਵਿੱਚ ਤਿਆਰ ਹੋ ਕੇ ਦਮਾਲੇ ਸਜਾ ਕੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਦੂਸਰੇ ਉੱਤੇ ਰੰਗ ਖੇਲਦੇ ਦੇਖੇ ਜਾਂਦੇ ਨੇ। ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੋ ਅੱਜ ਦੁਨਿਆਵੀ ਚੱਕਰਾਂ ਦੇ ਵਿੱਚ ਦੁਬਾਰਾ ਫੇਰ ਖਾਲਸਾ ਫਸਦਾ ਜਾ ਰਿਹਾ? ਇਹ ਸਾਡੇ ਸਿੰਘਾਂ ਦੀ ਮੈਂ ਕਹਿ ਸਕਦਾ ਬਹੁਤ ਵੱਡੀ ਘਾਟ ਆ ਜਿਹੜਾ ਇੱਕੋ ਦੂਜੇ ਦੇ ਉੱਪਰ ਰੰਗ ਸੁੱਟਣਾ। ਕਿਉਂਕਿ ਇਹਦੇ ਨਾਲ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋੜ ਕੇ ਨਹੀਂ ਗਏ, ਸਾਨੂੰ ਜੋੜ ਕੇ ਗਏ ਨੇ ਬਾਣੀ ਬਾਣੇ ਦੇ ਨਾਲ, ਸ਼ਸਤਰ ਵਸਤਰਾਂ ਦੇ ਨਾਲ। ਸਾਡੇ ਰਵਾਇਤੀ ਜਿਹੜੇ ਖੇਡਾਂ ਨੇ, ਸਾਡੀਆਂ ਰਵਾਇਤੀ ਖੇਡਾਂ ਨੇ, ਜਿਵੇਂ ਘੋੜ ਸਵਾਰ, ਇੱਕ ਘੋੜੇ ਤੇ 1.25 ਲੱਖ ਸਿੰਘ ਨੇ ਚੜ੍ਹਾਈ ਕਰਨੀ, ਜਾਂ 4 ਘੋੜਿਆਂ ਤੇ 1.25 ਲੱਖ ਸਿੰਘ ਨੇ ਚੜ੍ਹਾਈ ਕਰਨੀ, ਜਾਂ ਸੰਗਤ ਜੀ ਇੱਕ ਦੂਜੇ ਦੇ ਨਾਲ ਜਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਹੋਲਾ ਮਹੱਲਾ ਮਨਾਉਣਾ, ਜਿਹੜਾ ਇੱਕ ਦੂਜੇ ਦੇ ਉੱਪਰ ਰੰਗ ਸੁੱਟਣਾ। ਮੈਂ ਜਿੰਨੇ ਕੁ ਗੁਰੂ ਸਾਹਿਬ ਜੀ ਨੇ ਮੈਨੂੰ ਬਲ ਬੁੱਧੀ ਬਖਸ਼ੀ, ਮੈਂ ਸਮਝਦਾ ਕਿ ਇਹ ਬਹੁਤ ਗਲਤ ਹੋ ਰਿਹਾ ਜੋ ਸਾਡੇ ਅੰਦਰ ਇਹ ਜਿਹੜੀ ਹੈ ਬਾਹਮਣ ਵਾਲੀ ਰੀਤੀ ਸਾਡੇ ਅੰਦਰ ਚੱਲਦੀ ਪਈ ਹੈ।
ਕੀ ਅਪੀਲ ਕਰੋਗੇ ਉਹਨਾਂ ਲੋਕਾਂ ਨੂੰ, ਜਾਂ ਕੁਝ ਜਥੇਬੰਦੀਆਂ ਵੀ ਨੇ ਸਾਡੀਆਂ ਸਿਰਮੌਰ ਜਥੇਬੰਦੀਆਂ ਆਪਾਂ ਕਹਿ ਲਈਏ, ਨਾਮ ਨਹੀਂ ਲਵਾਂਗੇ, ਉਹਨਾਂ ਦੇ ਜਥੇਦਾਰ ਖੁਦ ਰੰਗਾਂ ਦੇ ਵਿੱਚ ਲਿਬੜੇ ਸਾਨੂੰ ਮਿਲਦੇ ਨੇ। ਮੈਂ ਸਾਰੇ ਹੀ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪ ਜੀ ਤਾਂ ਸਾਡੇ ਨਾਲ ਵੱਡੇ ਵਡੇਰੇ ਹੋ, ਤੁਸੀਂ ਵੱਡਿਆਂ ਦਾ ਇਤਿਹਾਸ ਸਾਡੇ ਨਾਲੋਂ ਬਹੁਤ ਜ਼ਿਆਦਾ ਜਾਣਦੇ ਹੋ, ਅਸੀਂ ਤੁਹਾਡੇ ਬੱਚੇ ਆ। ਪਰ ਮੈਂ ਬੇਨਤੀ ਕਰਦਾ ਕਿ ਆਪ ਜੀ ਦੇ ਇੱਕ ਕਲਗੀਧਰ ਪਾਤਸ਼ਾਹ ਜੀ ਦਾ ਕਵੀ ਹੋਣ ਦੇ ਨਾਤੇ ਬੇਨਤੀ ਕਰਦਾ ਕਿ ਜੋ ਸਾਡੇ ਹੋਲੇ ਮਹੱਲੇ ਦੇ ਵਿੱਚ ਜਿਹੜਾ ਰੰਗ ਇੱਕ ਦੂਜੇ ਦੇ ਉੱਪਰ ਸਾਡੇ ਸਿੰਘ ਸਾਡੇ ਮਲਦੇ ਆ, ਸਾਡੀਆਂ ਦਸਤਾਰਾਂ ਜਿਹੜੀਆਂ ਉਹ ਗੰਦੀਆਂ ਵੀ ਕਰਦੇ ਨੇ, ਸਾਡੇ ਮੂੰਹ ਲਿਬੜਦੇ ਨੇ, ਸਾਡੇ ਅੱਖਾਂ ਦੇ 'ਚ ਉਹ ਰੰਗ ਪੈਂਦਾ ਜਿਹਦੇ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਘਟਦੀ ਹੈ। ਇਹ ਕੈਮੀਕਲ ਦੇ ਨਾਲ ਸਾਡਾ ਚਿਹਰਾ ਵੀ ਖਰਾਬ ਹੁੰਦਾ। ਮੈਂ ਬੇਨਤੀ ਕਰਦਾ ਜਥੇਦਾਰ ਸਾਹਿਬਾਨ ਨੂੰ ਕਿ ਇਹਨਾਂ ਦੇ ਵਿੱਚ ਇਹਦੇ ਉੱਤੇ ਰੋਕ ਲਾਈ ਜਾਵੇ। ਜੋ ਸਾਡੇ ਪੁਰਾਤਨ ਇਤਿਹਾਸ ਆ ਜਾਂ ਸਾਡੀ ਜੋ ਸ਼ਸਤਰ ਵਿਦਿਆ ਉਹਨੂੰ ਪ੍ਰਚਲਿਤ ਦੁਬਾਰਾ ਫਿਰ ਜਿਵੇਂ ਚੱਲਦਾ ਹੀ ਆ ਰਿਹਾ ਹੈ, ਉਹਨੂੰ ਫਿਰ ਦੁਬਾਰਾ ਹੋਰ ਜ਼ਿਆਦਾ ਉਤਸ਼ਾਹ ਕੀਤਾ ਜਾਵੇ। ਸੋ ਇਹ ਸਨ ਗੁਰੂ ਘਰ ਦੇ ਕਵੀ ਰਜਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਸਿੰਘ ਸਾਹਿਬਾਨਾਂ ਦੀ ਡਰੈਸ ਆ, ਪੂਰੇ ਅਸਤਰ ਸ਼ਾਸਤਰ ਨੇ ਉਹਨਾਂ ਦੇ ਪ੍ਰਤੀ ਜਾਣਕਾਰੀ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਕਿ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਹੋਲੀ ਦੇ ਤਿਉਹਾਰ ਦੇ ਵਿੱਚ ਨਾ ਰੰਗੇ ਜਾਇਓ। ਗੁਰੂ ਸਾਹਿਬ ਦੇ ਜਿਸ ਤਰ੍ਹਾਂ ਦੇ ਕਾਰਨਾਮੇ, ਜਿਸ ਤਰ੍ਹਾਂ ਦੇ ਘੋੜਸਵਾਰੀ ਸ਼ਾਸਤਰ ਵਿਦਿਆ ਦੇ ਮੁਕਾਬਲੇ ਕਰਾਉਂਦੇ ਸੀ, ਉਹਨਾਂ ਮੁਕਾਬਲਿਆਂ ਦੀ ਲੋੜ ਹੈ ਤਾਂ ਕਿ ਬੱਚਿਆਂ ਦੇ ਵਿੱਚ ਜਿੱਥੇ ਆਤਮ ਨਿਰਭਰਤਾ ਹੋਵੇ, ਆਪਣਾ ਸੈਲਫ ਕੌਨਫੀਡੈਂਸ ਵਧੇ, ਸੈਲਫ ਡਿਫੈਂਸ ਦੀ ਗੇਮ ਵਧਾਈ ਜਾਵੇ। ਉਹ ਚੀਜ਼ਾਂ ਨੂੰ ਮੋਹਰੀ ਕਰੀਏ ਬੱਚਿਆਂ ਦੇ ਵਿੱਚ। ਇਹ ਰੰਗਾਂ ਦੀ ਫਿਰਤੀ ਨੂੰ ਛੱਡ ਕੇ ਜੋ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਆ ਉਹਨਾਂ ਨੂੰ ਅਪਣਾਉਣ ਦੀ ਲੋੜ ਆ। ਸਰ, ਹੋਲੇ ਮਹੱਲੇ ਦੇ ਤਿਉਹਾਰ ਮਨਾਏ ਜਾ ਰਹੇ ਹੈ ਤੇ ਕੁਝ ਜਾਣਕਾਰੀ ਦਿਓਗੇ ਕਿ ਜਿਸ ਤਰ੍ਹਾਂ ਹੋਲੀ ਤੋਂ ਬਾਅਦ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਇੱਥੇ ਕੁਝ ਦਿਨ ਪਹਿਲਾਂ ਮਨਾਇਆ ਜਾ ਰਿਹਾ? ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਸਾਲਾਨਾ ਹੋਲਾ ਮਹੱਲਾ ਹੈ, ਉਹਦੀ ਇਤਿਹਾਸਕ ਜਿਹੜਾ ਸਾਡੇ ਪਿੰਡ ਦਾ ਹੈ, ਇਸ ਸਥਾਨ ਤੇ ਘਨਾੜੀ ਦੇ ਯੁੱਧ ਜਦੋਂ ਹੋਇਆ ਸੀਗਾ ਪੰਡਾ ਸਾਹਿਬ ਦੇ ਨੇੜੇ, ਉਦੋਂ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਹੋਏ ਤੇ ਯੁੱਧ ਨੂੰ ਜਿੱਤ ਕੇ ਵਾਪਸੀ ਤੇ ਆਉਂਦੇ ਹੋਏ ਇਸ ਸਥਾਨ ਤੇ ਜਿਹੜਾ ਪਿੱਪਲ ਦਾ ਦਰਖਤ ਹੈ, ਇੱਥੇ ਬੈਠ ਕੇ ਉਹਨਾਂ ਨੇ ਰੈਸਟ ਕੀਤੀ ਸੀ ਤੇ ਘੋੜਾ ਬੰਨ੍ਹਿਆ ਸੀ। ਇਸ ਸਥਾਨ ਦੀ ਮਤਲਬ ਜਿਹੜਾ ਹਿਸਟਰੀ ਇਹ ਹੈ। ਜਿਹੜਾ ਹੋਲਾ ਮਹੱਲਾ ਹੈ, ਹੋਲਾ ਮਹੱਲਾ ਖਿਦਰਾਬਾਦ ਤੋਂ ਸਟਾਰਟ ਹੁੰਦਾ ਹੈ। 8, 9, 10 ਚੇਤ ਦਾ ਮਹੀਨਾ ਜਿਹੜਾ ਆਪਣਾ ਜਿਹੜਾ ਸਿੱਖ ਇਤਿਹਾਸ ਵਿੱਚ ਨਵੇਂ ਸਾਲ ਦਾ ਟਾਈਮ ਹੈ, ਉਹਦੇ ਮੁਤਾਬਿਕ 8, 9, 10 ਚੇਤ ਦਾ ਮਤਲਬ ਜਿਹੜੇ ਡੇਟ ਹੈ ਉਹਨੂੰ ਇੱਥੋਂ ਸਟਾਰਟ ਹੁੰਦਾ ਹੈ। ਇਹ ਤੋਂ ਬਾਅਦ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਜਾ ਕੇ ਹੋਲੇ ਮਹੱਲੇ ਦੀ ਸਮਾਪਤੀ ਹੁੰਦੀ ਹੈ। ਜਿਸ ਤਰ੍ਹਾਂ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਜੀ, ਦੋਨਾਂ ਦੇ ਵਿੱਚ ਹੀ ਅਲੱਗ-ਅਲੱਗ ਤੌਰ ਤੇ ਜੋ ਪ੍ਰੋਗਰਾਮ ਲਿਖੇ ਜਾਂਦੇ ਨੇ, ਇਹ ਸਾਂਝੇ ਤੌਰ ਤੇ ਕਿਉਂ ਇੱਥੇ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਕਦੇ ਜੀ? ਇਹ ਜਿਹੜਾ ਦੋਨੇ ਗੁਰਦੁਆਰੇ ਹੈ, ਦੋਨੇ ਗੁਰਦੁਆਰੇ ਇਤਿਹਾਸਕ ਹੈ ਜੀ। ਜਿਹੜਾ ਇਹ ਗੁਰਦੁਆਰਾ ਹੈ, ਇਹ ਗੁਰੂ ਗੋਬਿੰਦ ਸਿੰਘ ਦੇ ਨਾਲ ਸੰਬੰਧਿਤ ਹੈ। ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਤੇ ਜਿਹੜੇ ਦੂਜੇ ਗੁਰਦੁਆਰੇ ਉਹਨਾਂ ਦਾ ਵੀ ਇਤਿਹਾਸ ਦੇ ਨਾਲ ਸੰਬੰਧ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀਗੇ, ਜਿਹੜੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸੀਗੇ, ਉਹਨਾਂ ਦੇ ਜਿਹੜੇ ਬਾਬਾ ਜ਼ੋਰਾਵਰ ਸਿੰਘ, ਤਾਂ ਜਿਹੜੇ ਉਸ ਗੁਰਦੁਆਰੇ ਦਾ ਇਤਿਹਾਸ ਹੈ, ਉਹਨਾਂ ਦੇ ਇੱਕ ਭਗਤਾਂ ਵਿੱਚੋਂ ਇੱਕ ਬਾਬਾ ਜ਼ੋਰਾਵਰ ਹੋਇਆ। ਉਹਨਾਂ ਦੀ ਕੁਸ਼ਤੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਨਾਲ ਹੋਈ ਸੀ ਤੇ ਜਿਹੜੇ ਉਹ ਸੀਗੇ ਉਹਨਾਂ ਨੇ ਸਾਹਿਬਜ਼ਾਦੇ ਨੂੰ ਹਰਾ ਦਿੱਤਾ ਸੀਗਾ। ਤਾਂ ਉਹਨਾਂ ਦੇ ਮਤਲਬ ਉਦੋਂ ਉਹਨਾਂ ਦਾ ਜਿਹੜਾ ਨਾਂ ਸੀਗਾ, ਗੁਰੂ ਗੋਬਿੰਦ ਸਿੰਘ ਨੇ ਬਾਬਾ ਜ਼ੋਰਾਵਰ ਸਿੰਘ ਦੇ ਨਾਂ ਦੇ ਉੱਤੇ ਹੀ ਰੱਖ ਦਿੱਤਾ ਸੀਗਾ। ਉਹਦੇ ਕਾਰਨ ਮਤਲਬ ਜਿਹੜੇ ਦੋਨੇ ਗੁਰਦੁਆਰੇ ਹਿਸਟਰੀ ਦੇ ਨਾਲ ਸੰਬੰਧ ਰੱਖਦੇ ਆ। ਇਹਦੀ ਲੋਕਲ ਕਮੇਟੀ ਆ ਜਿਹੜਾ ਉਸ ਗੁਰਦੁਆਰਾ ਹੈ ਬਾਬਾ ਜ਼ੋਰਾਵਰ ਸਿੰਘ ਦਾ,
ਦਾ ਜਿਹੜਾ ਕੰਟਰੋਲ ਹੈ ਉਹ ਸ਼੍ਰੋਮਣੀ ਕਮੇਟੀ ਦੇ ਅੰਦਰ ਹੁੰਦਾ ਹੈ। ਕਿੰਨੇ ਦਿਨ ਦਾ ਪ੍ਰੋਗਰਾਮ ਹੈ ਤੇ ਉਹ ਲਿਖੇ ਜਾਂਦੇ ਨੇ ਜੀ? ਇਹ 3 ਦਿਨ ਦਾ ਹੁੰਦਾ ਤੇ ਪਹਿਲੇ ਦਿਨ ਪਿੰਡ ਵਿੱਚ ਵੱਖ-ਵੱਖ ਪੜਾਵਾਂ ਤੇ ਜਾ ਕੇ ਨਗਰ ਕੀਰਤਨ ਦਾ ਪ੍ਰੋਗਰਾਮ ਹੁੰਦਾ ਹੈ ਤੇ ਉਸ ਦਿਨ ਰਾਤ ਨੂੰ ਤੇ ਬਾਕੀ 2 ਦਿਨ ਤੇ ਰਾਤ ਨੂੰ ਇਹ ਦੀਵਾਨਾਂ ਦੇ ਪ੍ਰੋਗਰਾਮ ਹੁੰਦੇ ਆ, ਜਿਹਦੇ ਵਿੱਚ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਆਪਣਾ ਕਥਾਵਾਚਕ ਹੈ ਪੁਲਿਸ ਦਾ ਤੇ ਢਾਡੀ ਜਥੇ ਆਣ ਕੇ ਇੱਥੇ ਤੇ ਸਿੱਖ ਇਤਿਹਾਸ ਗੁਰੂ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਦੇ ਆ। ਦੇਖਦੇ ਰਹੋ ਪੰਜਾਬ ਅਪ ਨਿਊਜ਼। ਖਿਜਰਾਬਾਦ ਤੋਂ ਜਗਦੀਸ਼ ਸਿੰਘ ਦੀ ਰਿਪੋਰਟ। ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ।